ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਮੈਂ ਅਸਿਸਟੈਂਟ ਪ੍ਰੋਫੈਸਰ ਅਨੁਪ੍ਰੀਤ ਕੌਰ DLED ਫਸਟ ਈਅਰ ਦੇ ਵਿਦਿਆਰਥੀਆਂ ਦਾ ਪੰਜਾਬੀ ਦੀ ਕਲਾਸ ਵਿੱਚ ਸਵਾਗਤ ਕਰਦੀ ਹਾਂ। ਸਾਡਾ ਅੱਜ ਦਾ ਟੌਪਿਕ ਹੈ ਭਾਸ਼ਾ। ਭਾਸ਼ਾ ਦਾ ਕੀ ਅਰਥ ਹੈ, ਭਾਸ਼ਾ ਦੀ ਪਰਿਭਾਸ਼ਾ ਅਤੇ ਭਾਸ਼ਾ ਦੇ ਰੂਪ। ਜਿਵੇਂ ਕਿ ਤੁਸੀਂ ਸਭ ਨੂੰ ਪਤਾ ਹੈ ਕਿ ਭਾਸ਼ਾ ਹੁੰਦੀ ਕੀ ਹੈ, ਠੀਕ ਹੈ। ਕਿ ਭਾਸ਼ਾ ਕੀ ਹੈ ਕਿ ਜੋ ਸਾਡੇ ਮਨ ਦੇ ਵਿਚਾਰ ਹੈ ਜਾਂ ਭਾਵ ਆ, ਜਦੋਂ ਉਹਨਾਂ ਨੂੰ ਅਸੀਂ ਪ੍ਰਗਟ ਕਰਦੇ ਹਾਂ, ਠੀਕ ਹੈ। ਅੱਜ ਅਸੀਂ ਭਾਸ਼ਾ ਦੀ ਗੱਲ ਕਰਨ ਜਾ ਰਹੇ ਹਾਂ। ਬਹੁਤ ਸਮਾਂ ਪਹਿਲਾਂ ਮਨੁੱਖ ਆਪਣੇ ਮਨ ਦੇ ਭਾਵਾਂ ਨੂੰ ਇਸ਼ਾਰਿਆਂ ਨਾਲ ਪ੍ਰਗਟ ਕਰਦਾ ਸੀ। ਫਿਰ ਸਮਾਂ ਪਾ ਕੇ ਜਦੋਂ ਉਸਨੇ ਮੂੰਹ ਵਿੱਚੋਂ ਨਿਕਲੀਆਂ ਧੁਨੀਆਂ ਜਾਂ ਆਵਾਜ਼ਾਂ ਨੂੰ ਅਰਥ ਦਿੱਤੇ ਤਾਂ ਉਹ ਭਾਸ਼ਾ ਬਣ ਗਈ। ਫਿਰ ਉਸਨੇ ਭਾਸ਼ਾ ਜਾਂ ਆਪਣੀਆਂ ਗੱਲਾਂ ਨੂੰ ਲੰਮੇ ਸਮੇਂ ਤੱਕ ਰੱਖਣ ਲਈ ਜਾਂ ਦੂਜਿਆਂ ਤੱਕ ਪਹੁੰਚਾਉਣ ਲਈ ਇਹਨਾਂ ਨੂੰ ਲਿਖਤੀ ਰੂਪ ਦਿੱਤਾ, ਠੀਕ ਹੈ। ਅਤੇ ਉਹ ਕੀ ਸੀ? ਭਾਸ਼ਾ। ਅਤੇ ਭਾਸ਼ਾ ਤੋਂ ਹੀ ਅਸੀਂ ਸੁਣਨਾ ਸਿੱਖਦੇ ਹਾਂ, ਬੋਲਣਾ ਸਿੱਖਦੇ ਹਾਂ, ਪੜ੍ਹਨਾ ਸਿੱਖਦੇ ਹਾਂ ਅਤੇ ਲਿਖਣਾ ਸਿੱਖਦੇ ਹਾਂ। ਅਤੇ ਭਾਸ਼ਾ ਦਾ ਅਰਥ ਕੀ ਹੈ, ਆਓ ਦੇਖੀਏ। ਮਨੁੱਖ ਸਭ ਤੋਂ ਵਿਕਸਿਤ ਪ੍ਰਾਣੀ ਹੈ। ਉਸ ਵਿੱਚ ਸੋਚਣ ਅਤੇ ਸਮਝਣ ਦੀ ਸ਼ਕਤੀ ਹੈ। ਇਸ ਤੋਂ ਇਲਾਵਾ ਉਸਨੂੰ ਇੱਕ ਅਜਿਹਾ ਵਰਦਾਨ ਮਿਲਿਆ ਹੈ ਜਿਸ ਰਾਹੀਂ ਉਹ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰ ਸਕਦਾ ਹੈ। ਉਹ ਵਰਦਾਨ ਹੈ ਭਾਸ਼ਾ। ਭਾਸ਼ਾ ਤੋਂ ਬਿਨਾਂ ਨਾ ਤਾਂ ਉਹ ਕਿਸੇ ਨੂੰ ਆਪਣੀ ਗੱਲ ਕਹਿ ਸਕਦਾ ਹੈ ਅਤੇ ਨਾ ਹੀ ਕਿਸੇ ਦੀ ਗੱਲ ਨੂੰ ਸਮਝ ਸਕਦਾ ਹੈ। ਭਾਸ਼ਾ ਸੰਚਾਰ ਦਾ ਮਾਧਿਅਮ ਹੈ। ਭਾਸ਼ਾ ਇੱਕ ਅਜਿਹੀ ਕਿਰਿਆ ਹੈ ਜਿਹੜੀ ਇੱਕ ਮਨੁੱਖ ਨੂੰ ਦੂਜੇ ਮਨੁੱਖ ਨਾਲ ਕੇਵਲ ਜੋੜਦੀ ਹੈ, ਬਲਕਿ ਇੱਕ ਮਨੁੱਖ ਦੀ ਗੱਲ ਦੂਜੇ ਮਨੁੱਖ ਤੱਕ ਪਹੁੰਚਾਉਣ ਅਤੇ ਦੂਜੇ ਦੀ ਗੱਲ ਨੂੰ ਸਮਝਣ ਦਾ ਅਹਿਮ ਵਸੀਲਾ ਵੀ ਬਣ ਜਾਂਦੀ ਹੈ, ਠੀਕ ਹੈ। ਨੈਕਸਟ ਹੈ ਭਾਸ਼ਾ ਸ਼ਬਦ ਦੀ ਉਤਪਤੀ। ਹੁਣ ਕੋਈ ਵੀ ਚੀਜ਼ ਹੈ ਉਹ ਕਿਤੋਂ ਕਿਸੇ ਨਾ ਕਿਸੇ ਚੀਜ਼ ਤੋਂ ਪੈਦਾ ਹੁੰਦੀ ਹੈ। ਅਤੇ ਭਾਸ਼ਾ ਬਾਰੇ ਕਿ ਭਾਸ਼ਾ ਕਿੱਥੋਂ ਪੈਦਾ ਹੋਈ ਹੈ, ਇਹਦੀ ਭਾਸ਼ਾ ਸ਼ਬਦ ਦੀ ਉਤਪਤੀ ਕਿੱਥੋਂ ਹੋਈ ਹੈ, ਇਸ ਬਾਰੇ ਵੀ ਵਿਦਵਾਨਾਂ ਨੇ ਵਿਚਾਰ ਦੱਸੇ ਹਨ। ਉਹਨਾਂ ਦੇ ਅਨੁਸਾਰ ਭਾਸ਼ਾ ਸ਼ਬਦ ਦੀ ਉਤਪਤੀ ਸੰਸਕ੍ਰਿਤ ਧਾਤੂ ਭਾਸ਼ ਤੋਂ ਹੋਈ ਹੈ, ਯਾਨੀ ਕਿ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਭਾਸ਼ ਤੋਂ ਹੋਈ ਹੈ, ਜਿਸ ਦੇ ਸ਼ਾਬਦਿਕ ਅਰਥ ਹਨ ਬੋਲਣਾ, ਕਹਿਣਾ ਜਾਂ ਸੰਬੋਧਨ ਕਰਨਾ। ਭਾਸ਼ ਧਾਤੂ ਰੂਪ ਨਾਲ ਇਸਤਰੀਲਿੰਗ ਪਿਛੇਤਰ ਜੁੜਿਆ ਹੈ, ਜਿਸ ਤੋਂ ਭਾਸ਼ਾ ਸ਼ਬਦ ਉਤਪੰਨ ਹੋਇਆ। ਯਾਨੀ ਕਿ ਸੰਸਕ੍ਰਿਤ ਸ਼ਬਦ ਸੀ ਭਾਸ਼, ਉਹਦੇ ਨਾਲ ਪਿਛੇਤਰ ਲੱਗ ਕੇ ਭਾਸ਼ਾ ਬਣ ਗਿਆ, ਠੀਕ ਹੈ। ਅਤੇ ਭਾਸ਼ਾ ਦੇ ਸ਼ਾਬਦਿਕ ਅਰਥ ਹਨ ਉਹ ਕਰਮ ਜਾਂ ਕਿਰਿਆ ਜੋ ਭਾਖਿਆ ਜਾਵੇ, ਭਾਵ ਬੋਲਿਆ ਜਾਵੇ। ਭਾਸ਼ਾ ਅੰਗਰੇਜ਼ੀ ਸ਼ਬਦ ਦੇ ਸ਼ਬਦ ਲੈਂਗੁਏਜ ਦਾ ਸਮਾਨਾਰਥਕ ਹੈ, ਜੋ ਲਾਤੀਨੀ ਸ਼ਬਦ ਲਿੰਗੁਆ ਤੋਂ ਪੈਦਾ ਹੋਇਆ ਹੈ। ਇਸ ਸ਼ਬਦ ਦੇ ਅਰਥ ਹਨ ਸੰਪਰਕ ਭਾਸ਼ਾ। ਭਾਸ਼ਾ ਵੱਖ-ਵੱਖ ਵਿਅਕਤੀਆਂ ਵਿਚਕਾਰ ਸੰਪਰਕ ਸਥਾਪਿਤ ਕਰਨ ਦਾ ਅਹਿਮ ਸਾਧਨ ਜਾਂ ਮਾਧਿਅਮ ਹੈ। ਮਨੁੱਖ ਵੱਲੋਂ ਸੰਚਾਰ ਲਈ ਜਿਹੜੀਆਂ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ, ਉਹਨਾਂ ਧੁਨੀਆਂ ਦੇ ਸਮੂਹ ਨੂੰ ਭਾਸ਼ਾ ਕਹਿੰਦੇ ਹਨ, ਠੀਕ ਹੈ। ਕਿ ਭਾਸ਼ਾ ਕੀ ਹੁੰਦੀ ਹੈ? ਜਿਹਨਾਂ ਅਸੀਂ ਇੱਕ ਦੂਜੇ ਨਾਲ ਸੰਪਰਕ ਕਰਦੇ ਹਾਂ। ਸੰਪਰਕ ਕਿਵੇਂ ਹੋਵੇਗਾ? ਜਦੋਂ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ, ਅਤੇ ਗੱਲਬਾਤ ਕਿਸ ਦੇ ਜ਼ਰੀਏ ਹੋ ਸਕਦੀ ਹੈ? ਭਾਸ਼ਾ ਦੇ ਜ਼ਰੀਏ, ਠੀਕ ਹੈ। ਨੈਕਸਟ ਹੈ ਭਾਸ਼ਾ ਦੀ ਪਰਿਭਾਸ਼ਾ, ਠੀਕ ਹੈ। ਭਿੰਨ ਵਿਦਵਾਨਾਂ ਨੇ, ਭਾਸ਼ਾ ਸ਼ਾਸਤਰੀਆਂ ਨੇ ਭਿੰਨ ਢੰਗਾਂ ਨਾਲ ਭਾਸ਼ਾ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚੋਂ ਪਤੰਜਲੀ ਮੁਨੀ ਅਨੁਸਾਰ ਜਿਸ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਸਪਸ਼ਟ ਸ਼ਬਦਾਂ ਦੁਆਰਾ ਪ੍ਰਗਟ ਕਰਦੇ ਹਾਂ, ਉਹ ਭਾਸ਼ਾ ਹੈ। ਕਿ ਉਹਨਾਂ ਦੇ ਅਨੁਸਾਰ ਕੀ ਸੀ ਕਿ ਉਹ ਸ਼ਬਦ ਜਾਂ ਵਿਚਾਰ ਜਿਨ੍ਹਾਂ ਦੇ ਨਾਲ ਜੋ ਸਾਡੇ ਮਨ ਦੇ ਵਿੱਚ ਵਿਚਾਰ ਪੈਦਾ ਹੁੰਦੇ ਆ, ਗੱਲਾਂ ਪੈਦਾ ਹੁੰਦੀਆਂ ਵਾ, ਜਦੋਂ ਅਸੀਂ ਉਹ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ, ਅਤੇ ਉਹ ਕੀ ਹੁੰਦੀ ਹੈ? ਭਾਸ਼ਾ ਹੁੰਦੀ ਹੈ। ਨੈਕਸਟ ਹੈ ਭਾਸ਼ਾ ਵਿਗਿਆਨੀ ਸਵੀਟ ਦੇ ਅਨੁਸਾਰ, ਠੀਕ ਹੈ। ਭਾਸ਼ਾ ਧੁਨੀਆਂ ਦੁਆਰਾ ਮਾਨਵ ਦੇ ਭਾਵਾਂ ਦਾ ਪ੍ਰਗਟਾ ਹੈ, ਠੀਕ ਹੈ।
ਭਾਸ਼ਾ ਕੀ ਹੈ? ਧੁਨੀਆਂ ਦੁਆਰਾ ਮਾਨਵ ਦੇ ਭਾਵਾਂ ਦਾ ਪ੍ਰਗਟਾਵਾ, ਯਾਨੀ ਕਿ ਜੋ ਸਾਡੇ ਮੂੰਹ ਦੇ ਵਿੱਚੋਂ ਆਵਾਜ਼ਾਂ ਨਿਕਲਦੀਆਂ ਵਾ, ਧੁਨੀਆਂ ਨਿਕਲਦੀਆਂ ਵਾ, ਠੀਕ ਹੈ, ਉਹ ਕੀ ਹੁੰਦੀ ਹੈ? ਭਾਸ਼ਾ ਹੁੰਦੀ ਹੈ। ਠੀਕ ਹੈ। ਨੈਕਸਟ ਹੈ ਕਾਮਤਾ ਪ੍ਰਸਾਦ ਗੁਰੂ ਦੇ ਅਨੁਸਾਰ ਭਾਸ਼ਾ ਉਹ ਸਾਧਨ ਹੈ ਜਿਸ ਦੁਆਰਾ ਮਨੁੱਖ ਆਪਣੇ ਵਿਚਾਰਾਂ ਨੂੰ ਦੂਜਿਆਂ ਅੱਗੇ ਚੰਗੀ ਤਰ੍ਹਾਂ ਪ੍ਰਗਟ ਕਰ ਸਕਦਾ ਹੈ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਸਪਸ਼ਟ ਰੂਪ ਵਿੱਚ ਸਮਝ ਸਕਦਾ ਹੈ। ਠੀਕ ਹੈ। ਤੋ ਇਸ ਦੇ ਨਾਲ ਕੀ ਭਾਸ਼ਾ ਕੀ ਹੋ ਗਈ? ਇਸ ਤੋਂ ਸਾਨੂੰ ਸਿੱਧ ਹੁੰਦਾ ਹੈ ਪਰਿਭਾਸ਼ਾਵਾਂ ਤੋਂ ਕਿ ਭਾਸ਼ਾ ਉਹ ਸਾਧਨ ਹੈ ਜਾਂ ਉਹ ਉਸ ਵਿੱਚ ਸ਼ਬਦ ਹੁੰਦੇ ਹਨ ਜੋ ਸਾਡੇ ਮਨ ਦੇ ਵਿੱਚ, ਜੋ ਸਾਡੇ ਵਿਚਾਰ ਆਉਂਦੇ ਆ ਜਾਂ ਭਾਵ ਆਉਂਦੇ ਆ, ਜਦੋਂ ਉਹਨਾਂ ਨੂੰ ਅਸੀਂ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ ਤੇ ਉਹ ਭਾਸ਼ਾ ਹੁੰਦੀ ਹੈ। ਠੀਕ ਹੈ। ਹੁਣ ਹੈ ਭਾਸ਼ਾ ਦੇ ਰੂਪ। ਠੀਕ ਹੈ। ਭਾਸ਼ਾ ਮੁੱਖ ਤੌਰ 'ਤੇ ਦੋ ਤਰ੍ਹਾਂ ਦੀ ਹੁੰਦੀ ਹੈ, ਮੌਖਿਕ ਭਾਸ਼ਾ ਜਾਂ ਲਿਖਤੀ ਭਾਸ਼ਾ। ਮੌਖਿਕ ਭਾਸ਼ਾ ਯਾਨੀ ਕਿ ਜੋ ਅਸੀਂ ਬੋਲਚਾਲ ਦੀ ਬੋਲੀ, ਜਿਸ ਨੂੰ ਬੋਲਚਾਲ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ। ਠੀਕ ਹੈ। ਭਾਸ਼ਾ ਦਾ ਧੁਨੀ ਰੂਪ। ਠੀਕ ਹੈ। ਭਾਸ਼ਾ ਦਾ ਧੁਨੀ ਰੂਪ ਕਿਉਂ? ਕਿਉਂਕਿ ਇਸ ਵਿੱਚ ਮੂੰਹ 'ਚੋਂ ਆਵਾਜ਼ਾਂ ਨਿਕਲਦੀਆਂ, ਧੁਨੀਆਂ ਨਿਕਲਦੀਆਂ ਵਾ, ਇਸ ਕਰਕੇ ਇਹ ਭਾਸ਼ਾ ਦਾ ਧੁਨੀ ਰੂਪ ਹੈ। ਲਿਖਤੀ ਰੂਪ ਜਾਂ ਸਾਹਿਤਿਕ ਭਾਸ਼ਾ, ਇਹ ਭਾਸ਼ਾ ਦਾ ਲਿਪੀ ਰੂਪ ਹੈ। ਲਿਪੀ ਰੂਪ ਯਾਨੀ ਕਿ ਲਿਖਣ ਵਾਲਾ ਰੂਪ। ਠੀਕ ਹੈ। ਅੱਗੇ ਇਸ ਨੂੰ ਅਸੀਂ ਐਕਸਪਲੇਨ ਕਰਦੇ ਹਾਂ। ਮੌਖਿਕ ਭਾਸ਼ਾ ਜਿਸ ਨੂੰ ਆਮ ਬੋਲਚਾਲ ਦੀ ਬੋਲੀ ਵੀ ਕਿਹਾ ਜਾਂਦਾ ਹੈ। ਠੀਕ ਹੈ। ਇਹਦੇ ਵਿੱਚ ਕੀ ਹੈ ਕਿ ਮੌਖਿਕ ਭਾਸ਼ਾ ਜਿਹੜੀ ਗੱਲਬਾਤ ਅਸੀਂ ਕਿਸੇ ਨਾਲੋਂ ਮੂੰਹੋਂ ਬੋਲ ਕੇ ਕਰਦੇ ਹਾਂ ਉਹ ਬੋਲਚਾਲ ਦੀ ਬੋਲੀ ਜਾਂ ਮੌਖਿਕ ਭਾਸ਼ਾ ਅਖਵਾਉਂਦੀ ਹੈ। ਬੋਲੀ ਦਾ ਇਹ ਰੂਪ ਸਾਡੀ ਆਮ ਗੱਲਬਾਤ ਵਿੱਚ ਵਰਤਿਆ ਜਾਂਦਾ ਹੈ। ਇਹ ਬੋਲੀ ਬਹੁਤੀ ਸ਼ੁੱਧ ਨਹੀਂ ਹੁੰਦੀ। ਇਸ 'ਤੇ ਕਿਸੇ ਖਾਸ ਇਲਾਕੇ ਦੀ ਬੋਲੀ ਦੇ ਸ਼ਬਦਾਂ ਦਾ ਅਸਰ ਹੁੰਦਾ ਹੈ। ਸ਼ੁੱਧ ਕਿਉਂ ਨਹੀਂ ਹੁੰਦੀ? ਕਿਉਂਕਿ ਅਸੀਂ ਜਦੋਂ ਵੀ ਕੁਝ ਬੋਲਦੇ ਹਾਂ, ਠੀਕ ਹੈ ਨਾ, ਉਹਦੇ ਵਿੱਚ ਕੀ ਹੁੰਦਾ ਵਾ, ਕੁਛ ਵਾਕ ਅਸੀਂ ਸ਼ੁੱਧ ਬੋਲ ਰਹੇ ਹਾਂ, ਕੁਝ ਨਹੀਂ। ਕਿਉਂਕਿ ਜੋ ਅਸੀਂ ਲਿਖਤੀ ਬੋਲ ਰਹੇ ਹਾਂ, ਲਿਖਤੀ ਕੰਮ ਕਰ ਰਹੇ ਹਾਂ, ਲਿਖਣ ਦੇ ਵਿੱਚ ਅਸੀਂ ਭਾਸ਼ਾ ਦਾ ਸ਼ੁੱਧ ਰੂਪ ਯੂਜ਼ ਕਰਦੇ ਹਾਂ। ਠੀਕ ਹੈ। ਪਰ ਬੋਲਣ ਦੇ ਵਿੱਚ ਨਹੀਂ। ਠੀਕ ਹੈ। ਤਾਂ ਪਹਿਲੀ ਕਿਹੜੀ ਬੋਲੀ ਹੈ? ਮੌਖਿਕ ਭਾਸ਼ਾ। ਮੌਖਿਕ ਭਾਸ਼ਾ ਦੇ ਵਿੱਚ ਕੀ ਹੈ? ਜੋ ਅਸੀਂ ਬੋਲ ਕੇ ਪ੍ਰਗਟ ਕਰਦੇ ਹਾਂ ਉਹਨੂੰ ਕਹਿੰਦੇ ਆ ਮੌਖਿਕ ਭਾਸ਼ਾ। ਠੀਕ ਹੈ। ਬੋਲਚਾਲ ਦੀ ਭਾਸ਼ਾ। ਨੈਕਸਟ ਹੈ ਲਿਖਤੀ ਜਾਂ ਸਾਹਿਤਿਕ ਭਾਸ਼ਾ। ਜਿਹੜੀ ਗੱਲਬਾਤ ਅਸੀਂ ਕਿਸੇ ਨਾਲ ਲਿਖ ਕੇ ਕਰਦੇ ਹਾਂ ਉਹ ਲਿਖਤੀ ਜਾਂ ਸਾਹਿਤਿਕ ਬੋਲੀ ਅਖਵਾਉਂਦੀ ਹੈ। ਇਹ ਸ਼ੁੱਧ ਭਾਸ਼ਾ ਹੁੰਦੀ ਹੈ। ਇਸ ਵਿੱਚ ਹੀ ਲੇਖਕਾਂ ਅਤੇ ਸਾਹਿਤਕਾਰਾਂ ਦੀਆਂ ਰਚਨਾਵਾਂ, ਕਿਤਾਬਾਂ ਆਦਿ ਛਪਦੀਆਂ ਹਨ। ਨੈਕਸਟ ਹੈ ਵਿਵਹਾਰਿਕ ਦ੍ਰਿਸ਼ਟੀ ਤੋਂ ਭਾਸ਼ਾ ਨੂੰ ਹੇਠ ਲਿਖੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਠੀਕ ਹੈ। ਪਹਿਲਾਂ ਅਸੀਂ ਭਾਸ਼ਾ ਦੇ ਰੂਪ ਕਰ ਰਹੇ ਹਾਂ, ਉਹਦੇ ਵਿੱਚ ਸੀ ਪ੍ਰਯੋਗਿਕ ਦ੍ਰਿਸ਼ਟੀ ਤੋਂ ਭਾਸ਼ਾ ਦੇ ਦੋ ਰੂਪ ਹੁੰਦੇ ਆ, ਮੌਖਿਕ ਅਤੇ ਲਿਖਿਤ। ਠੀਕ ਹੈ। ਤੇ ਵਿਵਹਾਰਿਕ ਦ੍ਰਿਸ਼ਟੀ ਤੋਂ ਜਿਹੜੇ ਭਾਵ ਵਰਗਾਂ 'ਚ ਵੰਡਿਆ ਗਿਆ ਹੈ ਉਹਦੇ ਵਿੱਚ ਹੈ ਸਭ ਤੋਂ ਪਹਿਲਾਂ ਹੈ ਮੂਲ ਭਾਸ਼ਾ। ਹੁਣ ਮੂਲ ਭਾਸ਼ਾ ਕਿਹੜੀ ਹੋ ਗਈ? ਰੂਟ ਲੈਂਗੁਏਜ। ਠੀਕ ਹੈ। ਮੂਲ ਭਾਸ਼ਾਵਾਂ ਨੂੰ ਪੁਰਾਤਨ ਭਾਸ਼ਾਵਾਂ ਵੀ ਕੀ ਕਿਹਾ ਜਾਂਦਾ ਹੈ, ਮਤਲਬ ਕਿ ਬਹੁਤ ਪੁਰਾਣੀਆਂ ਭਾਸ਼ਾਵਾਂ ਵੀ ਕਿਹਾ ਜਾਂਦਾ ਹੈ। ਇਹ ਆਧੁਨਿਕ ਭਾਸ਼ਾਵਾਂ ਨੂੰ ਜਨਮ ਦੇਣ ਵਾਲੀਆਂ ਭਾਸ਼ਾਵਾਂ ਹਨ। ਮਤਲਬ ਕਿ ਇਹਨਾਂ ਰੂਟ ਲੈਂਗੁਏਜ ਆ ਜਿਹੜੀ ਜਿੱਦਾਂ ਆਪਾਂ ਕਹਦੇ ਨਾ ਜੜ, ਠੀਕ ਹੈ ਨਾ, ਉਹਦੇ ਵਿੱਚੋਂ ਹੀ ਆਧੁਨਿਕ ਜਿਹੜੀਆਂ ਭਾਸ਼ਾਵਾਂ ਵਾ ਉਹ ਪੈਦਾ ਹੋਈਆਂ ਹਨ। ਇਸ ਤਰ੍ਹਾਂ ਜੋ ਭਾਸ਼ਾ ਕਿਸੇ ਭਾਸ਼ਾ ਪਰਿਵਾਰ ਦੀ ਮੁੱਢਲੀ ਅਤੇ ਜਨਮਦਾਤੀ ਹੁੰਦੀ ਹੈ ਉਸ ਨੂੰ ਮੂਲ ਭਾਸ਼ਾ ਕਹਿੰਦੇ ਹਨ। ਠੀਕ ਹੈ। ਭਾਰਤ ਦੀ ਮੂਲ ਭਾਸ਼ਾ ਸੰਸਕ੍ਰਿਤ ਕਹੀ ਜਾ ਸਕਦੀ ਹੈ। ਇਹ ਉੱਤਰੀ ਭਾਰਤ ਦੀਆਂ ਆਰੀਆਂ ਭਾਸ਼ਾਵਾਂ ਦੀ ਮੂਲ ਭਾਸ਼ਾ ਹੈ। ਠੀਕ ਹੈ। ਜਿਹੜੀ ਸੰਸਕ੍ਰਿਤ ਭਾਸ਼ਾ ਵਾ ਉਸ ਨੂੰ ਅਸੀਂ ਮੂਲ ਭਾਸ਼ਾ ਕਹਿ ਸਕਦੇ ਹਾਂ। ਉਹਦੇ ਵਿੱਚੋਂ ਹੀ ਹੋਰ ਭਾਸ਼ਾਵਾਂ ਜਿਹੜੀਆਂ ਵਾ ਉਹ ਵਿਕਸਿਤ ਹੋਈਆਂ ਵਾ। ਠੀਕ ਹੈ। ਇਹ ਹੋ ਗਈ ਰੂਟ ਲੈਂਗੁਏਜ ਜਿਸ ਤੋਂ ਭਾਸ਼ਾਵਾਂ ਪੈਦਾ ਹੁੰਦੀਆਂ ਵਾ। ਠੀਕ ਹੈ। ਨੈਕਸਟ ਹੈ ਮਾਤ ਭਾਸ਼ਾ। ਜਿਵੇਂ ਕਿ ਸਾਨੂੰ ਨਾਮ ਤੋਂ ਹੀ ਪਤਾ ਲੱਗ ਗਿਆ ਕਿ ਮਾਤ ਭਾਸ਼ਾ, ਮਾਤ ਮਤਲਬ ਮਾਤਾ ਦੀ ਭਾਸ਼ਾ। ਜੋ ਬੱਚਾ ਆਪਣੀ ਮਾਤਾ ਤੋਂ ਸਿੱਖਦਾ ਹੈ, ਆਪਣੀ ਮਾਂ ਤੋਂ ਸਿੱਖਦਾ ਹੈ, ਜੋ ਭਾਸ਼ਾ ਬੱਚਾ ਆਪਣੀ ਮਾਂ ਤੋਂ ਸਿੱਖਦਾ ਹੈ ਉਸਨੂੰ ਮਾਤ ਭਾਸ਼ਾ ਕਹਿੰਦੇ ਹਨ। ਠੀਕ ਹੈ। ਇਹ ਕਹਿ ਸਕਦੇ ਹਾਂ ਕਿ ਬੱਚਾ ਸਭ ਤੋਂ ਪਹਿਲਾਂ ਮਾਂ ਦੇ ਦੁਆਰਾ ਬੋਲੇ ਜਾਣ ਵਾਲੇ ਸ਼ਬਦਾਂ ਨੂੰ ਹੀ ਬੋਲਣਾ ਸਿੱਖਦਾ, ਉਹੀ ਉਸਦੀ ਮਾਤ ਭਾਸ਼ਾ ਕਹਿਲਾਉਂਦੀ ਹੈ। ਹੁਣ ਇੱਥੋਂ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਬੱਚੇ ਦੀ ਪਹਿਲੀ ਟੀਚਰ ਕੌਣ ਹੈ? ਉਸਦੀ ਮਾਂ ਅਤੇ ਉਸਦਾ ਪਹਿਲਾ ਪਰਿਵਾਰ ਜਾਂ ਉਸਦਾ ਘਰ ਜੋ ਹੈ ਉਸਦਾ ਸਕੂਲ ਹੁੰਦਾ ਹੈ। ਠੀਕ ਹੈ। ਮਾਤ ਭਾਸ਼ਾ ਕਿਹੜੀ ਹੋ ਗਈ?
ਜੋ ਬੱਚੇ ਦੇ ਘਰ ਪਰਿਵਾਰ ਵਿੱਚ ਬੋਲੀ ਜਾਣ ਵਾਲੀ ਜਿਹੜੀ ਭਾਸ਼ਾ ਹੁੰਦੀ ਉਸ ਦੀ ਮਾਤ ਭਾਸ਼ਾ ਹੁੰਦੀ ਹੈ। ਨੈਕਸਟ ਹੈ ਰਾਸ਼ਟਰੀ ਭਾਸ਼ਾ। ਰਾਸ਼ਟਰੀ ਭਾਸ਼ਾ ਕੀ ਹੁੰਦੀ ਹੈ? ਕਿਸੇ ਰਾਸ਼ਟਰ ਦੇ ਨਿਰਮਾਣ ਲਈ ਤੇ ਵਿਕਾਸ ਲਈ ਤੇ ਏਕਤਾ ਲਈ ਇੱਕ ਰਾਸ਼ਟਰੀ ਭਾਸ਼ਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਭਾਸ਼ਾ ਆਮ ਤੌਰ 'ਤੇ ਉਹੀ ਹੁੰਦੀ ਹੈ ਜਿਸ ਦਾ ਪ੍ਰਯੋਗ ਉਸਦੇ ਰਾਸ਼ਟਰ ਦੇ ਵਧੇਰੇ ਲੋਕ ਕਰਦੇ ਹਨ। ਇਹ ਭਾਸ਼ਾ ਰਾਸ਼ਟਰ ਦੇ ਦਫ਼ਤਰ, ਕਾਰਜਾਂ ਤੇ ਆਦਾਨ ਪ੍ਰਦਾਨ ਲਈ ਵੀ ਵਰਤੀ ਜਾਂਦੀ ਹੈ। ਇਹ ਭਾਸ਼ਾ ਬਹੁਤ ਅਮੀਰ ਹੁੰਦੀ ਹੈ। ਕਹਿਣ ਦਾ ਮਤਲਬ ਹੈ ਕਿ ਇਸ ਭਾਸ਼ਾ ਨੂੰ ਜਾਣਨ ਵਾਲੇ ਲੋਕ ਬਹੁਤ ਹੁੰਦੇ ਹਨ। ਭਾਰਤੀ ਸੰਵਿਧਾਨ ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ, ਕਿਉਂਕਿ ਭਾਰਤ ਦੇ ਵਧੇਰੇ ਜਿਹੜੇ ਲੋਕ ਆ ਉਹ ਹਿੰਦੀ ਨੂੰ ਜਾਣਦੇ ਹਨ ਅਤੇ ਸਮਝਦੇ ਹਨ। ਠੀਕ ਹੈ। ਰਾਸ਼ਟਰ ਭਾਸ਼ਾ ਕੀ ਹੁੰਦੀ ਹੈ? ਜਾਣੀ ਕਿ ਹਰੇਕ ਰਾਸ਼ਟਰ ਦੀ ਕੋਈ ਨਾ ਕੋਈ ਇਵੇਂ ਦੀ ਲੈਂਗੁਏਜ ਹੁੰਦੀ ਹੈ, ਇਵੇਂ ਦੀ ਭਾਸ਼ਾ ਹੁੰਦੀ ਹੈ ਜੋ ਉਸਦੇ ਸਾਰੇ ਲੋਕ ਨੂੰ ਸਮਝ ਸਕਦੇ ਹਾਂ। ਹੁਣ ਸਪੋਜ਼ ਅਸੀਂ ਪੰਜਾਬ ਦੇ ਲੋਕ ਹਾਂ, ਅਸੀਂ ਦਿੱਲੀ ਜਾਂ ਬਿਹਾਰ ਕਿਤੇ ਜਾਂਦੇ ਹਾਂ ਅਤੇ ਅਸੀਂ ਇੱਕ ਲੈਂਗੁਏਜ ਯੂਜ਼ ਕਰਦੇ ਹਾਂ ਕਿ ਉਹਨਾਂ ਨੂੰ ਵੀ ਸਾਡੀ ਗੱਲ ਸਮਝ ਲੱਗੇ। ਅਸੀਂ ਪੰਜਾਬੀ ਨਹੀਂ ਉੱਥੇ ਯੂਜ਼ ਕਰ ਸਕਦੇ ਕਿਉਂਕਿ ਅਗਲੇ ਸਾਹਮਣੇ ਵਾਲਾ ਜੋ ਹੈ ਵਿਅਕਤੀ ਹੋ ਸਕਦਾ ਹੈ ਕਿ ਉਸਨੂੰ ਪੰਜਾਬੀ ਨਾ ਆਉਂਦੀ ਹੋਵੇ, ਪਰ ਜਦੋਂ ਅਸੀਂ ਉਸ ਨਾਲ ਹਿੰਦੀ 'ਚ ਗੱਲ ਕਰਾਂਗੇ ਅਤੇ ਉਹ ਵੀ ਹਿੰਦੀ ਤੋਂ ਜਾਣੂ ਹੋਵੇਗਾ। ਤੋ ਇਸੇ ਕਰਕੇ ਰਾਸ਼ਟਰੀ ਭਾਸ਼ਾ ਹਿੰਦੀ ਬਣੀ ਕਿਉਂਕਿ ਹਿੰਦੀ ਨੂੰ ਜਾਣਨ ਵਾਲੇ ਬਹੁਤ ਲੋਕ ਸਨ। ਠੀਕ ਹੈ। ਜਾਂ ਸਮਝਣ ਵਾਲੇ ਵੀ ਬਹੁਤ ਲੋਕ ਸਨ। ਜੇ ਬੋਲਦੇ ਨਹੀਂ ਤਾਂ ਪਰ ਉਹ ਸਮਝਦੇ ਤਾਂ ਹੈ। ਠੀਕ ਹੈ। ਇਸ ਕਰਕੇ ਉਹ ਰਾਸ਼ਟਰ ਭਾਸ਼ਾ ਬਣ ਗਈ। ਅਤੇ ਰਾਸ਼ਟਰ ਭਾਸ਼ਾ ਕਿਹੜੀ ਹੁੰਦੀ ਹੈ? ਜੋ ਇੱਕ ਰਾਸ਼ਟਰ ਨੂੰ ਏਕਤਾ 'ਚ ਪਰੋਣ ਲਈ, ਠੀਕ ਹੈ ਨਾ, ਜੋੜਨ ਦੇ ਲਈ ਕੰਮ ਕਰਦੀ ਹੈ, ਉਸ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਹਨ। ਠੀਕ ਹੈ। ਨੈਕਸਟ ਹੈ ਅੰਤਰਰਾਸ਼ਟਰੀ ਭਾਸ਼ਾ। ਹੁਣ ਜਦੋਂ ਅੰਤਰਰਾਸ਼ਟਰੀ ਭਾਸ਼ਾ ਦੀ ਗੱਲ ਕਰਦੇ ਹਾਂ ਉਹ ਕੀ ਹੁੰਦਾ ਵਾ? ਇੱਕ ਰਾਸ਼ਟਰ ਤੋਂ ਦੂਜੇ ਰਾਸ਼ਟਰ ਨੂੰ ਜੋੜਨ ਲਈ। ਠੀਕ ਹੈ। ਜਿਵੇਂ ਹੁਣ ਬਹੁਤ ਸਾਰੇ ਬੱਚੇ ਆ ਕਿ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰ ਰਹੇ ਨੇ, ਹੈ ਨਾ, ਪੜ੍ਹਾਈ ਕਰ ਰਹੇ ਨੇ ਜਾਂ ਉੱਥੇ ਦੇ ਵਸਨੀਕ ਹੋ ਰਹੇ ਨੇ। ਠੀਕ ਹੈ। ਅਤੇ ਉੱਥੇ ਜਾ ਕੇ ਕੰਮ ਕਰ ਰਹੇ ਨੇ ਅਤੇ ਉਹਨਾਂ ਦੇ ਵਿੱਚ ਸੰਪਰਕ ਸਥਾਪਿਤ ਕਰਨ ਲਈ ਇੱਕ ਭਾਸ਼ਾ ਹੈ। ਕਿਹੜੀ ਹੈ? ਉਹ ਹੈ ਅੰਗਰੇਜ਼ੀ। ਤਾਂ ਅੰਗਰੇਜ਼ੀ ਕੀ ਹੈ? ਅੰਤਰਰਾਸ਼ਟਰੀ ਭਾਸ਼ਾ, ਜੋ ਸਾਨੂੰ ਦੂਸਰੇ ਰਾਸ਼ਟਰਾਂ ਦੇ ਨਾਲ ਵੀ ਸੰਪਰਕ ਸਥਾਪਿਤ ਕਰਨ ਲਈ, ਠੀਕ ਹੈ, ਜਾਂ ਸੰਬੰਧ ਸਥਾਪਿਤ ਕਰਨ ਲਈ ਸਹਾਇਤਾ ਕਰਦੀ ਹੈ। ਠੀਕ ਹੈ। ਨੈਕਸਟ ਹੈ ਸੰਸਕ੍ਰਿਤਿਕ ਭਾਸ਼ਾ, ਜਾਂ ਇਸ ਨੂੰ ਸੱਭਿਆਚਾਰਕ ਭਾਸ਼ਾ ਵੀ ਕਹਿੰਦੇ ਹਨ। ਹੁਣ ਸੱਭਿਆਚਾਰ ਜਾਂ ਸੰਸਕ੍ਰਿਤੀ ਤੋਂ ਕੀ ਭਾਵ ਹੈ? ਤੁਹਾਨੂੰ ਕਲੀਅਰ ਹੋਣਾ ਚਾਹੀਦਾ ਵਾ। ਸੱਭਿਆਚਾਰ ਤੋਂ ਭਾਵ ਹੁੰਦਾ ਵਾ ਕਿ ਜਿਵੇਂ ਹਰੇਕ ਜੋ ਸੁਸਾਇਟੀ ਹੈ, ਹਰੇਕ ਸਮਾਜ ਹੈ, ਉਹਦੇ ਆਪਣੇ ਆਪਣੇ ਰੀਤੀ ਰਿਵਾਜ, ਰਸਮਾਂ ਹੁੰਦੀਆਂ ਵਾ। ਠੀਕ ਹੈ। ਆਪਣਾ ਰਹਿਣ ਸਹਿਣ ਦਾ ਪਹਿਰਾਵਾ ਸਭ ਕੁਝ ਅਲੱਗ ਅਲੱਗ ਹੁੰਦਾ ਵਾ, ਹੈ ਨਾ। ਜਿਵੇਂ ਹੁਣ ਅਸੀਂ ਪੰਜਾਬ ਦੇ ਲੋਕ ਹਾਂ, ਸਾਡਾ ਖਾਣਾ ਪੀਣਾ, ਰਹਿਣ ਸਹਿਣ, ਰੀਤੀ ਰਿਵਾਜ ਅਲੱਗ ਹੈ। ਹੋਰ ਸਟੇਟ ਦੇ ਜਿਹੜੇ ਆ ਉਹਨਾਂ ਦੇ ਅਲੱਗ ਹੈ ਨਾ। ਇਹ ਹੁੰਦਾ ਆਪਣਾ ਆਪਣਾ ਸੱਭਿਆਚਾਰ। ਅਤੇ ਆਪਣੇ ਆਪਣੇ ਸੱਭਿਆਚਾਰ ਦੀ ਵੀ ਇੱਕ ਬੋਲੀ ਹੁੰਦੀ ਆ, ਭਾਸ਼ਾ ਹੁੰਦੀ ਹੈ ਨਾ। ਜਿਵੇਂ ਸਾਡੇ ਲੋਕ ਗੀਤ ਹੋ ਗਏ, ਉਹ ਵੀ ਪੰਜਾਬੀ ਠੇਠ ਪੰਜਾਬੀ ਵਿੱਚ ਹੈ ਨਾ। ਸੱਭਿਆਚਾਰਕ ਭਾਸ਼ਾ ਹੋ ਗਈ। ਠੀਕ ਹੈ। ਇਹ ਕੀ ਹੁੰਦਾ ਵਾ? ਇਹ ਬੱਚੇ ਲਈ ਆਪਣੇ ਦੇਸ਼ ਦੇ ਸੱਭਿਆਚਾਰ ਨੂੰ ਸਮਝਣ ਲਈ, ਠੀਕ ਹੈ, ਅਤੇ ਇਸ ਨੂੰ ਸਥਾਈ ਰੱਖਣ ਲਈ ਇਸ ਭਾਸ਼ਾ ਦਾ ਗਿਆਨ ਦਿੱਤਾ ਜਾਂਦਾ ਹੈ। ਠੀਕ ਹੈ। ਨੈਕਸਟ ਹੈ ਪ੍ਰਾਦੇਸ਼ਿਕ ਭਾਸ਼ਾ। ਪ੍ਰਦੇਸ਼ਿਕ ਭਾਸ਼ਾ ਕਿਹੜੀ ਹੈ? ਇਸ ਵਿੱਚ ਕੀ ਹੁੰਦਾ ਹੈ ਕਿ ਕਿਸੇ ਪ੍ਰਦੇਸ਼ ਵਿਸ਼ੇਸ਼ ਵਿੱਚ ਵਰਤੀ ਜਾਂਦੀ ਭਾਸ਼ਾ ਨੂੰ ਪ੍ਰਦੇਸ਼ਿਕ ਭਾਸ਼ਾ ਕਹਿੰਦੇ ਹਨ। ਠੀਕ ਹੈ। ਪੰਜਾਬੀ ਭਾਸ਼ਾ ਉੱਤਰੀ ਭਾਰਤ ਅਤੇ ਪੱਛਮੀ ਪਾਕਿਸਤਾਨ ਦੇ ਇੱਕ ਵਿਸ਼ੇਸ਼ ਖਿੱਤੇ ਵਿੱਚ ਬੋਲੀ ਅਤੇ ਸਮਝੀ ਜਾਂਦੀ ਹੈ। ਇਸ ਤਰ੍ਹਾਂ ਇਹ ਪ੍ਰਦੇਸ਼ਿਕ ਭਾਸ਼ਾ ਸਿੱਧ ਹੁੰਦੀ ਹੈ। ਇਹ ਪ੍ਰਦੇਸ਼ਿਕ ਭਾਸ਼ਾ ਵਿੱਚ ਕਈ ਤਰ੍ਹਾਂ ਦੀਆਂ ਬੋਲੀਆਂ ਹੁੰਦੀਆਂ ਹਨ, ਜਿਵੇਂ ਪੰਜਾਬੀ ਵਿੱਚ ਮਾਝੀ, ਡੋਗਰੀ, ਪਹਾੜੀ, ਪੋਠੋਹਾਰੀ ਆਦਿ ਬੋਲੀਆਂ ਸ਼ਾਮਿਲ ਹੁੰਦੀਆਂ ਹਨ। ਠੀਕ ਹੈ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਪ੍ਰਦੇਸ਼ਿਕ ਭਾਸ਼ਾ ਨੂੰ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਹੁੰਦੀ ਹੈ। ਠੀਕ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਸੰਵਿਧਾਨ ਦੀ 8ਵੀਂ ਸੂਚੀ ਵਿੱਚ 22 ਭਾਸ਼ਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹਨਾਂ 22 ਭਾਸ਼ਾਵਾਂ ਦੇ ਵਿੱਚੋਂ ਹੀ ਪ੍ਰਦੇਸ਼ਿਕ ਭਾਸ਼ਾ ਹੁੰਦੀ ਹੈ। ਹਰ ਇੱਕ ਪ੍ਰਦੇਸ਼ ਦੀ ਆਪਣੀ ਆਪਣੀ ਭਾਸ਼ਾ ਹੁੰਦੀ ਹੈ। ਜਿਵੇਂ ਸਾਡੇ ਪੰਜਾਬ ਦੀ ਪੰਜਾਬੀ ਬੋਲੀ ਹੈ। ਠੀਕ ਹੈ।
ਨੈਕਸਟ ਹੈ ਉਪਬੋਲੀ। ਹੁਣ ਜਿਵੇਂ ਤੁਹਾਨੂੰ ਮੈਂ ਪ੍ਰਦੇਸ਼ਿਕ ਭਾਸ਼ਾ ਕਿਹਾ ਪੰਜਾਬੀ, ਅਤੇ ਪੰਜਾਬੀ ਦੇ ਅੰਡਰ ਵੀ ਜਿਹੜੀਆਂ ਬੋਲੀਆਂ ਆ ਜਾਂਦੀਆਂ ਵਾ, ਜਿਵੇਂ ਮਾਝੀ, ਦੁਆਬੀ, ਪੁਆਧੀ, ਹੈ ਨਾ, ਉਹ ਕੀ ਹੋ ਗਿਆ, ਉਪਬੋਲੀਆਂ। ਠੀਕ ਹੈ। ਨੈਕਸਟ ਹੈ ਰਾਜ ਭਾਸ਼ਾ। ਹੁਣ ਦੇਖੋ, ਪਹਿਲਾਂ ਮੈਂ ਕਿਹਾ ਸੀ ਰਾਸ਼ਟਰੀ ਭਾਸ਼ਾ, ਹੁਣ ਹੈ ਰਾਜ ਭਾਸ਼ਾ। ਇਹਨਾਂ ਦੋਨਾਂ 'ਚ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ। ਰਾਸ਼ਟਰੀ ਭਾਸ਼ਾ ਵਾ ਜੋ ਸਮੁੱਚੇ ਰਾਸ਼ਟਰ ਨੂੰ ਜੋੜਨ ਦਾ ਕੰਮ ਕਰਦੀ ਹੈ, ਅਤੇ ਰਾਜ ਭਾਸ਼ਾ ਨਾਮ ਤੋਂ ਹੀ ਕਲੀਅਰ ਹੈ, ਰਾਜ ਮਤਲਬ ਸ਼ਾਸਨ। ਠੀਕ ਹੈ, ਵੀ ਰਾਜ ਦੀ ਭਾਸ਼ਾ, ਸ਼ਾਸਨ ਦੀ ਭਾਸ਼ਾ। ਠੀਕ ਹੈ, ਜਿਹੜੀ ਭਾਸ਼ਾ ਸਾਨੂੰ ਸਰਕਾਰੀ ਕੰਮਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ ਵਰਤੀ ਜਾਂਦੀ ਹੈ, ਉਹਨੂੰ ਕਹਿੰਦੇ ਆ ਰਾਜ ਭਾਸ਼ਾ। ਠੀਕ ਹੈ, ਇਸ ਦਾ ਪ੍ਰਯੋਗ ਕਿੱਥੇ ਹੁੰਦਾ ਵਾ, ਸਰਕਾਰੀ ਕੰਮਾਂ ਵਿੱਚ ਜਾਂ ਪ੍ਰਬੰਧਕੀ ਕੰਮਾਂ ਵਿੱਚ ਕੀਤਾ ਜਾਂਦਾ ਹੈ। ਠੀਕ ਹੈ, ਆਮ ਤੌਰ 'ਤੇ ਸਾਰੇ ਰਾਜਾਂ ਵਿੱਚ ਜਨ ਭਾਸ਼ਾ ਨੂੰ ਹੀ ਰਾਜ ਭਾਸ਼ਾ ਬਣਾ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਜਿੱਦਾਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ, ਸਾਰੇ ਸਰਕਾਰੀ ਕੰਮ ਇਸੇ ਭਾਸ਼ਾ ਵਿੱਚ ਕੀਤੇ ਜਾਂਦੇ ਹਨ। ਠੀਕ ਹੈ। ਨੈਕਸਟ ਹੈ ਟਕਸਾਲੀ ਭਾਸ਼ਾ। ਭਾਸ਼ਾ ਦਾ ਰੂਪ ਤਾਂ ਹਰ 10 ਕੋਹਾਂ ਪਿੱਛੇ ਬਦਲ ਜਾਂਦਾ ਹੈ। ਨਤੀਜੇ ਵਜੋਂ ਇੱਕ ਭਾਸ਼ਾ ਖੇਤਰ ਵਿੱਚ ਕਈ ਉਪਬੋਲੀਆਂ ਦਾ ਪ੍ਰਯੋਗ ਹੁੰਦਾ ਹੈ। ਇਹਨਾਂ ਉਪਬੋਲੀਆਂ ਵਿੱਚੋਂ ਜੋ ਬੋਲੀ, ਵਿਆਕਰਣ, ਸਾਹਿਤ, ਸ਼ਬਦਾਵਲੀ ਆਦਿ ਦੇ ਆਧਾਰ 'ਤੇ ਵਧੇਰੇ ਵਿਕਸਿਤ ਹੋ ਜਾਂਦੀ ਹੈ, ਉਸਨੂੰ ਟਕਸਾਲੀ ਬੋਲੀ ਕਿਹਾ ਜਾਂਦਾ ਹੈ। ਠੀਕ ਹੈ, ਪੰਜਾਬੀ ਵਿੱਚ ਟਕਸਾਲੀ ਭਾਸ਼ਾ ਦਾ ਦਰਜਾ ਮਾਝੀ ਉਪਭਾਸ਼ਾ ਨੂੰ ਪ੍ਰਾਪਤ ਹੈ, ਜੋ ਲਾਹੌਰ ਅਤੇ ਅੰਮ੍ਰਿਤਸਰ ਵਿਚਕਾਰ ਬੋਲੀ ਜਾਂਦੀ ਹੈ। ਇਸ ਦਾ ਪ੍ਰਯੋਗ ਸਾਹਿਤ ਰਚਨਾ, ਸਿੱਖਿਆ, ਸਰਕਾਰੀ ਚਿੱਠੀ ਪੱਤਰਾਂ ਅਤੇ ਹੋਰ ਆਦਾਨ ਪ੍ਰਦਾਨ ਲਈ ਕੀਤਾ ਜਾਂਦਾ ਹੈ। ਕਲੀਅਰ। ਨੈਕਸਟ ਹੈ ਵਿਦੇਸ਼ੀ ਭਾਸ਼ਾ। ਠੀਕ ਹੈ, ਫੋਰਨ ਲੈਂਗੁਏਜ। ਉਹ ਭਾਸ਼ਾਵਾਂ ਜੋ ਹੋਰ ਦੇਸ਼ਾਂ ਦੀਆਂ ਭਾਸ਼ਾਵਾਂ ਹਨ ਅਤੇ ਕਿਸੇ ਵਿਸ਼ੇਸ਼ ਦੇਸ਼ ਦੀ ਮੂਲ ਭਾਸ਼ਾ, ਸੰਸਕ੍ਰਿਤੀ ਭਾਸ਼ਾ ਅਤੇ ਮਾਤ ਭਾਸ਼ਾ ਨਹੀਂ ਹਨ, ਵਿਦੇਸ਼ੀ ਭਾਸ਼ਾ ਕਹਿਲਾਉਂਦੀਆਂ ਹਨ। ਸਾਡੇ ਦੇਸ਼ ਲਈ ਜਾਪਾਨੀ, ਚੀਨੀ, ਜਰਮਨ, ਫਰੈਂਚ ਆਦਿ ਵਿਦੇਸ਼ੀ ਭਾਸ਼ਾਵਾਂ ਹਨ। ਸੋ ਅਸੀਂ ਅੱਜ ਭਾਸ਼ਾ ਦਾ ਅਰਥ, ਪਰਿਭਾਸ਼ਾ ਅਤੇ ਉਸਦੇ ਰੂਪ ਬਾਰੇ ਵਿਸਥਾਰਪੂਰਵਕ ਪੜ੍ਹਿਆ, ਅਤੇ ਨੈਕਸਟ ਵੀਡੀਓ ਵਿੱਚ ਅਸੀਂ ਇਸ ਦੇ ਬਾਰੇ ਹੋਰ ਵਿਸਥਾਰਪੂਰਵਕ ਪੜ੍ਹਾਂਗੇ। ਮੈਂ ਆਸ਼ਾ ਕਰਦੀ ਹਾਂ, ਉਮੀਦ ਕਰਦੀ ਹਾਂ ਕਿ ਅੱਜ ਦਾ ਲੈਕਚਰ ਤੁਹਾਨੂੰ ਸਭ ਨੂੰ ਸਮਝ ਲੱਗਾ ਹੋ।